आओ सुनिए सफ़रनामा अंश कलाकारां दी बस्ती जो कि सफ़रनामे पाताल दी धरती विचों लिया गया है। लेखक ने अमरीका दा ये सफ़र 1962 ईस्वी विच कीता। ਉਹ ਅਮਰੀਕਾ ਵਿਖੇ ਭਾਰਤੀ ਨਾਟਕ ਦੇ ਪ੍ਰੋਫੈਸਰ ਵਜੋਂ ਪੜ੍ਹਾਉਂਦੇ ਰਹੇ ਹਨ। ਇਸ ਪਾਠ ਵਿੱਚ ਲੇਖਕ ਨੇ ਅਮਰੀਕਾ ਵਿੱਚ ਗ੍ਰੀਨਿਚ ਵਿਲੇਜ ਨਾਂ ਦੀ ਕਲਾਕਾਰਾਂ ਦੀ ਬਸਤੀ ਬਾਰੇ ਲਿਖਿਆ ਹੈ। ਇਸ ਬਸਤੀ ਨੂੰ ਉਹਨਾਂ ਨੇ ਅਮਰੀਕਾ ਦੇ ਖੁੱਲ੍ਹੇ ਡੁੱਲੇ ਸੁਭਾਅ ਅਤੇ ਨਵੇਂ ਕਲਾਕਾਰਾਂ ਦੀਆਂ ਬਾਗੀਆਨਾ ਰੁਚੀਆਂ ਦਾ ਕੇਂਦਰ ਕਿਹਾ ਹੈ। ਅਮਰੀਕਾ ਵਿੱਚ ਮਸ਼ੀਨਰੀ ਦਾ ਬੋਲਬਾਲਾ ਹੈ, ਪਦਾਰਥਿਕ ਤਰੱਕੀ ਵੀ ਬਹੁਤ ਹੈ, ਪਰ ਕਲਾਕਾਰਾਂ ਦੀ ਬਸਤੀ ਇੱਕ ਵੱਖਰੀ ਭਾਂਤ ਦੀ ਤਸਵੀਰ ਪੇਸ਼ ਕਰਦੀ ਹੈ। ਕਲਾਕਾਰਾਂ ਦੀ ਬਸਤੀ। ਮੈਂ ਜਿਸ ਸ਼ਹਿਰ ਵਿੱਚ ਜਾਂਦਾ ਹਾਂ ਸਭ ਤੋਂ ਪਹਿਲਾਂ ਉੱਥੋਂ ਦੇ ਕੈਫੇ ਅਤੇ ਥੀਏਟਰ ਲੱਭਦਾ ਹਾਂ। ਨਿਊਯਾਰਕ ਵਿੱਚ ਜਿੱਥੇ ਹਰ ਚੀਜ਼ ਚਮਕ ਦਮਕ ਵਾਲੀ ਹੈ, ਰੈਸਟੋਰੈਂਟ ਅਤੇ ਕੈਫੇ ਵੀ ਜਗਮਗਾਉਂਦੇ ਹਨ। ਇਨ੍ਹਾਂ ਕੈਫਿਆਂ ਵਿੱਚ ਚਾਹ ਅਤੇ ਕਾਫੀ ਸਸਤੀ ਹੈ, ਪਰ ਗਾਹਕਾਂ ਦਾ ਇਤਨਾ ਹੜ੍ਹ ਹੁੰਦਾ ਹੈ ਕਿ ਤੁਸੀਂ ਬਹੁਤੀ ਦੇਰ ਇੱਥੇ ਬੈਠ ਨਹੀਂ ਸਕਦੇ। ਮੈਂ ਕੋਈ ਅਜਿਹੀ ਥਾਂ ਟੋਲ ਰਿਹਾ ਸਾਂ ਜਿਸ ਵਿੱਚ ਪੰਜਾਬੀ ਢਾਬੇ ਵਾਲੀ ਖੁੱਲ੍ਹੀ ਲਾਪਰਵਾਹੀ ਅਤੇ ਪੱਛਮੀ ਰੰਗੀਨੀ ਦਾ ਸੁਮੇਲ ਹੋਵੇ। ਆਖਰ ਮੈਂ ਨਿਊਯਾਰਕ ਦੇ ਇਸ ਇਲਾਕੇ ਨੂੰ ਲੱਭ ਹੀ ਲਿਆ ਜਿੱਥੇ ਖੁੱਲ੍ਹੀ ਦਾੜ੍ਹੀ ਵਾਲੇ ਚਿੱਤਰਕਾਰ, ਉਲਝੇ ਵਾਲਾਂ ਵਾਲੇ ਐਕਟਰ, ਕਵੀ, ਐਕਟਰੈਸਾਂ ਅਤੇ ਕਲਾ ਪ੍ਰੇਮੀਆਂ ਦਾ ਆਉਣ ਜਾਣ ਹੈ। ਇਸ ਇਲਾਕੇ ਨੂੰ ਗ੍ਰੀਨਿਚ ਵਿਲੇਜ ਆਖਦੇ ਹਨ। ਵਿੰਗ ਤੜਿੰਗੀਆਂ ਅਤੇ ਅੱਲ-ਵਲੱਲੀਆਂ ਗਲੀਆਂ, ਚੀਕੀਆਂ ਦੁਕਾਨਾਂ, ਪ੍ਰਾਚੀਨ ਮੂਰਤੀਆਂ ਅਤੇ ਕਲਾ ਦੀਆਂ ਵਸਤਾਂ ਦੀਆਂ ਹੱਟੀਆਂ, ਨਿੱਕੇ ਨਿੱਕੇ ਥੀਏਟਰ, ਕਲਾ ਭਵਨ, ਸ਼ਰਾਬਖਾਨੇ ਅਤੇ ਕਾਵਾ ਘਰ ਜਿੱਥੇ ਨਵੇਂ ਕਵੀ ਆਪਣੀਆਂ ਕਵਿਤਾਵਾਂ ਗਾ ਕੇ ਸੁਣਾਉਂਦੇ ਅਤੇ ਪੈਸੇ ਉਗਰਾਉਂਦੇ ਹਨ। ਇਹ ਅਮਰੀਕਾ ਦੇ ਖੁੱਲ੍ਹੇ ਡੁੱਲੇ ਸੁਭਾਅ ਅਤੇ ਨਵੇਂ ਕਲਾਕਾਰਾਂ ਦੀਆਂ ਬਾਗੀਆਨਾ ਰੁਚੀਆਂ ਦਾ ਕੇਂਦਰ ਹੈ। ਮੈਂ ਇਸ ਇਲਾਕੇ ਵਿੱਚ ਕਈ ਦੋਸਤਾਂ ਨੂੰ ਮਿਲਿਆ ਅਤੇ ਇਹਨਾਂ ਕਾਵਾ ਘਰਾਂ ਵਿੱਚ ਰਾਤ ਦੇ 3-3 ਵਜੇ ਤੀਕ ਬੈਠਾ ਰਿਹਾ। ਮੇਰੇ ਨਵੇਂ ਦੋਸਤਾਂ ਦੀਆਂ ਕਈ ਗੋਸ਼ਟੀਆਂ ਇੱਥੋਂ ਦੇ ਫਿਗਾਰੋ ਕੈਫੇ ਵਿੱਚ ਜੰਮੀਆਂ। ਇੱਥੇ ਕਈ ਵਾਰੀ ਪ੍ਰੋਫੈਸਰ O.P. ਸ਼ਰਮਾ ਅਤੇ K.B. ਵੈਦ ਨਾਲ ਜੋ ਓਨੀ ਦਿਨੀ ਨਿਊਯਾਰਕ ਆਏ ਹੋਏ ਸਨ, ਮੈਂ ਕਾਫੀ ਪੀਤੀ। ਇਸ ਕੈਫੇ ਦੀ ਖਾਸੀਅਤ ਇਹ ਹੈ ਕਿ ਇੱਥੇ ਪੁਰਾਣੀਆਂ ਘਸੀਆਂ ਹੋਈਆਂ ਲੱਕੜ ਦੀਆਂ ਕੁਰਸੀਆਂ ਅਤੇ ਮੇਜ਼ ਹਨ। ਧੁਆਂਖੀ ਹੋਈ ਛੱਤ ਹੈ, ਕਾਲੀ ਲੱਕੜ ਦਾ ਜੰਗਲਾ ਅਤੇ ਬੂਹਾ ਲੋਕਾਂ ਦੇ ਹੱਥ ਲੱਗ ਲੱਗ ਕੇ ਥਿੰਦਿਆ ਗਿਆ ਹੈ। ਇੱਥੋਂ ਦੇ ਕਾਵੇ ਦੇ ਨਾਲ ਖਤਾਈਆਂ ਦੀ ਕੀਮਤ ਦੂਜੀਆਂ ਥਾਵਾਂ ਨਾਲੋਂ ਚੌਗੁਣੀ ਹੈ। ਇਹ ਇਸ ਕਰਕੇ ਕਿ ਇੱਥੇ ਆਦਮੀ ਕਾਫੀ ਦਾ ਪਿਆਲਾ ਖਰੀਦ ਕੇ ਕਈ ਘੰਟੇ ਬੈਠ ਸਕਦਾ ਹੈ, ਦੂਜੀਆਂ ਥਾਵਾਂ ਉੱਤੇ ਇਤਨੀ ਵਿਹਲ ਨਹੀਂ। ਫਿਗਾਰੋ ਕੈਫੇ ਮੇਰਾ ਅੱਡਾ ਸੀ ਜਿੱਥੇ ਮੈਂ ਚਿੱਠੀਆਂ ਲਿਖਣ ਅਤੇ ਹੌਲੀ ਹੌਲੀ ਕਾਫੀ ਪੀਣ ਦਾ ਆਨੰਦ ਲੈਂਦਾ ਸਾਂ। ਇੱਥੋਂ ਦੀਆਂ ਨੌਕਰਾਣੀਆਂ ਕਾਫੀ ਦੇ ਪਿਆਲੇ ਗਾਹਕਾਂ ਨੂੰ ਲਿਆ ਕੇ ਦਿੰਦੀਆਂ ਹਨ। ਇਹ ਨੌਕਰਾਣੀਆਂ ਅਕਸਰ ਚਿੱਤਰਕਲਾ ਜਾਂ ਸੰਗੀਤ ਕਲਾ ਦੀਆਂ ਵਿਦਿਆਰਥਣਾਂ ਹੁੰਦੀਆਂ ਹਨ ਜਾਂ ਵਿਹਲੀਆਂ ਫਿਰਦੀਆਂ ਐਕਟਰੈਸਾਂ। ਬਾਹਰੋਂ ਆਈਆਂ ਜਰਮਨ, ਫਰਾਂਸੀਸੀ ਅਤੇ ਸਵੀਡਨ ਦੀਆਂ ਯੁਵਤੀਆਂ ਜੋ ਕਿ ਸੈਰ ਕਰਨ ਅਤੇ ਅੰਗਰੇਜ਼ੀ ਸਿੱਖਣ ਆਉਂਦੀਆਂ ਹਨ ਵੀ ਇੱਥੇ ਕਾਫੀ ਅਤੇ ਖਾਣਾ ਪਰੋਸਣ ਦਾ ਕੰਮ ਲੈ ਲੈਂਦੀਆਂ ਹਨ। ਬਾਹਰ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ। ਮੈਂ ਕਿਤਾਬਾਂ, ਕਾਪੀਆਂ ਅਤੇ ਚਿੱਠੀਆਂ ਦਾ ਧੱਬਾ ਮੇਜ਼ ਉੱਤੇ ਰੱਖ ਕੇ ਹੌਲੀ ਹੌਲੀ ਕਾਵੇ ਦੇ ਘੁੱਟ ਭਰਦਾ ਹਾਂ ਅਤੇ ਚਿੱਠੀ ਲਿਖਣ ਬੈਠ ਜਾਂਦਾ ਹਾਂ। ਮੈਂ ਪੰਜਾਬੀ ਵਿੱਚ ਲਿਖ ਰਿਹਾ ਹਾਂ, ਛੇਤੀ ਛੇਤੀ। ਮੇਰਾ ਦਸਤਖਤ ਢੱਕ ਮਕੌੜਿਆਂ ਵਰਗਾ ਹੈ। ਮੈਂ ਆਪਣੇ ਕਲਮ ਦੀ ਨੋਕ ਤੋਂ ਢੱਕ ਮਕੌੜੇ ਡਿੱਗਦੇ ਤੱਕ ਰਿਹਾ ਹਾਂ। ਲਾਗਲੀ ਮੇਜ਼ ਉੱਤੇ 2 ਆਦਮੀ ਜਿਨ੍ਹਾਂ ਦੇ ਥਿੰਦੇ ਕੋਟਾਂ ਉੱਤੇ ਰੰਗਾਂ ਦੇ ਪੁੰਜੇ ਹਨ, ਬੈਠੇ ਸ਼ਤਰੰਜ ਖੇਡ ਰਹੇ ਹਨ। ਨੇੜੇ ਹੀ 2 ਕੁੜੀਆਂ ਬੈਠੀਆਂ ਗੁਣਗੁਣਾ ਰਹੀਆਂ ਹਨ ਅਤੇ ਪੈਰ ਥਿਰਕਾ ਰਹੀਆਂ ਹਨ। ਲੰਮੀ ਦਾੜ੍ਹੀ ਵਾਲਾ ਇੱਕ ਕਲਾਕਾਰ ਤਸਵੀਰ ਬਣਾ ਰਿਹਾ ਹੈ। ਪਰਲੇ ਖੁੰਝੇ ਵਿੱਚ 4 ਕਵੀ ਬੈਠੇ ਹੱਸ ਰਹੇ ਹਨ। ਕਾਵੇ ਵਿੱਚ ਗਰਮ ਗਰਮ ਭਾਫ਼ ਉੱਠ ਰਹੀ ਹੈ। ਇਸ ਗਰਮਾਇਸ਼ ਨੇ ਵੱਖ ਵੱਖ ਮੇਜ਼ਾਂ ਉੱਤੇ ਬੈਠੀਆਂ ਜੁੰਡੀਆਂ ਨੂੰ ਇੱਕ ਨਿੱਘੀ ਸਾਂਝ ਵਿੱਚ ਢਾਲ ਦਿੱਤਾ ਹੈ। ਇਸ ਵਿੱਚ ਨਿਊਯਾਰਕ ਦੇ ਵੱਡੇ ਬਾਜ਼ਾਰਾਂ ਦਾ ਓਪਰਾਪਣ ਅਤੇ ਆਕੜਿਆ ਹੋਇਆ ਰਿਸ਼ਤਾ ਨਹੀਂ, ਇੱਕ ਬੇਪਰਵਾਹੀ ਹੈ। ਇਹਨਾਂ ਸਮਾਜੀ ਬਾਗੀਆਂ ਵਿੱਚ ਭਾਵੇਂ ਨਿਸ਼ੰਗ ਬੇਰਹਿਮੀ ਦੀਆਂ ਝਲਕਾਂ ਹਨ, ਪਰ ਭਾਵਨਾਵਾਂ ਦਾ ਝਲਕਾਰਾ ਮਨੁੱਖੀ ਪੱਧਰ ਉੱਤੇ ਹੁੰਦਾ ਹੈ। ਗ੍ਰੀਨਿਚ ਵਿਲੇਜ ਦੀਆਂ ਵਿੰਗ ਤੜਿੰਗੀਆਂ ਗਲੀਆਂ ਵਿੱਚ ਅਮਰੀਕਾ ਦੇ ਸਾਹਿਤ ਅਤੇ ਨਾਟ ਕਲਾ ਦਾ ਇੱਕ ਪੂਰਾ ਕਾਂਡ ਲੁਕਿਆ ਪਿਆ ਹੈ। ਟੌਮ ਪੇਨ ਨਾਵਲਕਾਰ ਨੇ ਜੀਵਨ ਦੇ ਛੇਕੜਲੇ ਦਿਨ ਇੱਥੇ ਗੁਜ਼ਾਰੇ। ਐਡਗਰ ਐਲਨ ਪੋ ਨੇ ਇਸੇ ਥਾਂ ਕਈ ਘਰ ਬਦਲੇ
ਅਤੇ ਇੱਥੇ ਨਾਵਲ ਲਿਖਦਾ ਰਿਹਾ। ਵਾਲਟ ਵਿਟਮੈਨ, ਜਿਸ ਦੀਆਂ ਘਾਹ ਦੀਆਂ ਪੱਤੀਆਂ ਦੀਆਂ ਕਵਿਤਾਵਾਂ ਮਸ਼ਹੂਰ ਹਨ, ਇਸੇ ਇਲਾਕੇ ਵਿੱਚ ਹੀ ਰਿਹਾ। ਮਾਰਕ ਟਵੇਨ ਨਿਊਯਾਰਕ ਜਦੋਂ ਵੀ ਉਹ ਆਉਂਦੇ ਸਨ ਇੱਥੇ ਠਹਿਰਦਾ। ਇੰਗਲਿਸਤਾਨ ਦਾ ਮਹਾਂਕਵੀ ਜੌਨ ਮੈਸਫੀਲਡ ਇਸੇ ਥਾਂ 1896 ਈਸਵੀ ਵਿੱਚ ਇੱਕ ਦੁਕਾਨ ਦੇ ਫਰਸ਼ ਰਗੜ ਕੇ ਪੈਸੇ ਕਮਾਉਂਦਾ ਤੇ ਕਵਿਤਾ ਲਿਖਦਾ ਹੁੰਦਾ। ਇਸੇ ਇਲਾਕੇ ਦੇ ਨਿੱਕੇ ਥੀਏਟਰਾਂ ਵਿੱਚ ਦੁਨੀਆ ਦੇ ਵੱਡੇ ਵੱਡੇ ਨਾਟਕ ਖੇਡੇ ਜਾਂਦੇ ਹਨ। ਅਮਰੀਕਾ ਦੇ ਉੱਚ ਕੋਟੀ ਦੇ ਨਾਟਕਕਾਰ ਯੂਜੀਨ ਓ ਨੀਲ ਦੇ ਨਾਟਕ ਪਹਿਲਾਂ ਇੱਥੇ ਹੀ ਖੇਡੇ ਗਏ। ਈ ਕਮਿੰਗਸ ਇਸੇ ਥਾਂ ਦਾ ਲਾਡਲਾ ਸ਼ਾਇਰ ਸੀ। ਪੁਤਲੀਆਂ ਦੀਆਂ ਖੇਡਾਂ ਕਰਨ ਵਾਲੇ ਬਿੱਲ ਤੇ ਕੋਰਾ, ਜੋ ਭਾਰਤ ਵਿੱਚ ਵੀ ਆਪਣੇ ਪੁਤਲੀ ਨਾਟਕ ਦਿਖਾ ਕੇ ਗਏ ਹਨ, ਇੱਥੇ ਹੀ ਰਹਿੰਦੇ ਹਨ। ਇਹ ਥਾਂ ਨਾਟਕ, ਚਿੱਤਰਕਲਾ ਤੇ ਕਵਿਤਾ ਦੇ ਨਵੇਂ ਝੁਕਾਵਾਂ ਦਾ ਕੇਂਦਰ ਹੈ। ਇੱਕ ਸ਼ਾਮ ਏਸ਼ੀਆਈ ਸੁਸਾਇਟੀ ਦੇ ਪ੍ਰਕਾਸ਼ਨ ਵਿਭਾਗ ਦੀ ਡਾਇਰੈਕਟਰ ਮਿਸਿਜ਼ ਬੋਨੀ ਕਰਾਊਨ ਨੇ ਮੈਨੂੰ ਖਾਣੇ ਉੱਤੇ ਸੱਦਿਆ। ਉਸਦਾ ਘਰ ਗ੍ਰੀਨਿਚ ਵਿਲੇਜ ਦੀ ਇੱਕ ਗਲੀ ਵਿੱਚ ਹੈ। ਉਸਨੇ ਮੈਨੂੰ ਟੈਲੀਫੋਨ ਉੱਤੇ ਚੰਗੀ ਤਰ੍ਹਾਂ ਘਰ ਦਾ ਆਲਾ ਦੁਆਲਾ ਤੇ ਰਾਹ ਸਮਝਾ ਦਿੱਤਾ। ਡਾਊਨਿੰਗ ਸਟਰੀਟ ਵਿੱਚ 14 ਨੰਬਰ ਦਾ ਘਰ ਤੋਂ ਪਹਿਲਾਂ ਇੱਕ ਖੁੱਲ੍ਹਾ ਅਹਾਤਾ ਜਿਹਾ, ਜਿਸ ਵਿੱਚ ਦਰੱਖਤ ਉੱਗੇ ਹੋਏ ਹਨ। ਉਸ ਦਾ ਫਲੈਟ ਦੂਜੀ ਮੰਜ਼ਲ ਉੱਤੇ ਸੀ, ਜਿਸ ਦੀ ਘੰਟੀ ਬਾਹਰ ਦੇ ਕਾਲੇ ਬੂਹੇ ਤੋਂ ਰਤਾ ਧੁੱਪੋਂ ਹਟ ਕੇ ਇੱਕ ਪਾਸੇ ਨੂੰ ਸੀ ਤੇ ਬੂਹਾ ਹੋੜੇ ਨਾਲ ਖੁੱਲ੍ਹਦਾ ਸੀ। ਮੈਂ 7 ਵਜੇ ਉਸਦੇ ਘਰ ਪੁੱਜਾ। ਬੋਨੀ ਕਰਾਊਨ ਉਸ ਸਮੇਂ ਕੰਮ ਕਰਨ ਵਾਲਾ ਚੋਗਾ ਪਾਈ ਰਸੋਈ ਵਿੱਚ ਖਾਣਾ ਪਕਾ ਰਹੀ ਸੀ। ਮੈਂ ਘੰਟੀ ਵਜਾਈ। ਉਹ ਉਸੇ ਤਰ੍ਹਾਂ ਚੋਗਾ ਪਾਈ ਬੂਹੇ ਉੱਤੇ ਆਈ ਅਤੇ ਉਸਨੇ ਆਪਣੀ ਚਮਕੀਲੀ ਮੁਸਕਰਾਹਟ ਨਾਲ ਮੇਰਾ ਸਵਾਗਤ ਕੀਤਾ। 2.5 ਕਮਰਿਆਂ ਦਾ ਉਸਦਾ ਫਲੈਟ ਸੀ, ਜਿਸ ਨੂੰ ਕਿਤਾਬਾਂ, ਪੱਥਰ ਦੇ ਬੁੱਤਾਂ, ਰਾਂਗਲੇ ਫੁੱਲਾਂ ਤੇ ਚਟਾਈਆਂ ਨਾਲ ਸਜਾਇਆ ਹੋਇਆ ਸੀ। ਬੱਤੀਆਂ ਲੁਕਵੀਆਂ ਸਨ। ਇਹਨਾਂ ਦੀ ਰੋਸ਼ਨੀ ਦੇ ਛੰਭ ਤੇ ਛਿੱਟੇ ਘਰ ਦੀ ਵਿਉਂਤ ਦੇ ਲੋੜ ਅਨੁਸਾਰ ਚੀਜ਼ਾਂ ਉੱਤੇ ਪੈਂਦੇ ਸਨ। ਉਸਨੇ ਆਪਣੇ ਪਤੀ ਮਿਸਟਰ ਜਿਮ ਕਰਾਊਨ ਨਾਲ ਮੁਲਾਕਾਤ ਕਰਵਾਈ, ਜੋ ਕਿਸੇ ਕਾਲਜ ਵਿੱਚ ਨੀਤੀ ਵਿਗਿਆਨ ਦਾ ਪ੍ਰੋਫੈਸਰ ਹੈ। ਉਹ ਭਾਰਤ ਦੀਆਂ ਰਾਜਸੀ ਤੇ ਆਰਥਿਕ ਸਮੱਸਿਆਵਾਂ ਵਿੱਚ ਡੂੰਘੀ ਦਿਲਚਸਪੀ ਲੈਂਦਾ ਹੈ। ਉਸ ਸਮੇਂ ਉਹ ਕ੍ਰਿਸ਼ਨਾ ਮੈਨਨ ਉੱਤੇ ਇੱਕ ਕਿਤਾਬ ਲਿਖ ਰਿਹਾ ਸੀ। ਅਸੀਂ ਖਾਣਾ ਖਾਣ ਬੈਠੇ। ਇਸ ਖਾਣੇ ਵਿੱਚ ਗ੍ਰੀਨਿਚ ਵਿਲੇਜ ਦੇ ਮਿਜ਼ਾਜ ਦਾ ਸਵਾਦ ਸੀ। ਮੂਲੀ ਵਰਗੀ ਲੰਮੀ ਫਰਾਂਸੀਸੀ ਡਬਲ ਰੋਟੀ ਸੀ। ਇਟਲੀ ਦੇ ਚਟਪਟੇ ਸਾਲਣ ਸਨ। ਇੱਕ ਅਮਰੀਕਨ ਤਰਕਾਰੀ ਸੀ ਜੋ ਕਈ ਦੇਸ਼ਾਂ ਦੇ ਖਾਣਿਆਂ ਨੂੰ ਮਿਲਾ ਕੇ ਬਣਦੀ ਸੀ। ਹਰੇ ਗੰਢਿਆਂ ਦੀਆਂ ਭੁੰਕਾਂ ਸਨ। ਜੈਤੂਨ ਦੇ ਤੇਲ ਨਾਲ ਤਰੌਂਕਿਆ ਚਕੰਦਰ, ਟਮਾਟਰ ਤੇ ਹਰੇ ਪੱਤਿਆਂ ਦਾ ਸਲਾਦ ਸੀ। ਖਾਣਾ ਖਾਂਦੇ ਹੋਏ ਬਹੁਤੀਆਂ ਗੱਲਾਂ ਕ੍ਰਿਸ਼ਨਾ ਮੈਨਨ ਬਾਰੇ ਹੀ ਹੋਈਆਂ। 10 ਵੱਜ ਗਏ। ਜਿਮ ਨੇ ਆਖਿਆ, ਅੱਜ ਇੱਥੇ ਇਤਾਲਵੀ ਲੋਕਾਂ ਦਾ ਧਾਰਮਿਕ ਮੇਲਾ ਹੈ। ਜੇ ਆਖੋ ਤਾਂ ਉੱਥੇ ਚੱਲੀਏ। ਮੈਂ ਖੁਸ਼ੀ ਨਾਲ ਤਿਆਰ ਹੋ ਗਿਆ। ਗਲੀ ਲੰਘ ਕੇ ਅਸੀਂ ਪਹਿਲਾਂ ਬਲੀਕਰ ਸਟਰੀਟ ਵਿੱਚ ਗਏ ਤੇ ਇੱਥੋਂ ਫਟਕਦੀਆਂ ਕਈ ਗਲੀਆਂ ਵਿੱਚ ਘੁੰਮਦੇ ਫਿਰੇ। ਗ੍ਰੀਨਿਚ ਵਿਲੇਜ, ਜਿਸ ਨੂੰ ਆਮ ਅਮਰੀਕਨ ਪਿੰਡ ਆਖਦਾ ਹੈ, ਅਸਲ ਵਿੱਚ ਪਿੰਡ ਨਹੀਂ, ਸਗੋਂ ਇੱਕ ਵਿਕਸਿਤ, ਕਲਾਤਮਿਕ, ਭਿੰਨ-ਭਿੰਨ ਸ਼ੈਲੀਆਂ ਤੇ ਵੰਨਗੀਆਂ ਦੇ ਲੋਕਾਂ ਦੀ ਬਸਤੀ ਹੈ। ਇੱਕ ਪਾਸੇ ਅਮੀਰ ਬਾਜ਼ਾਰ 5th ਐਵਨਿਊ ਆ ਕੇ ਮੁੱਕਦਾ ਹੈ, ਜਿੱਥੇ ਵਾਸ਼ਿੰਗਟਨ ਸਕੁਏਅਰ ਦਾ ਮਹਿਰਾਬੀ ਦਰਵਾਜ਼ਾ ਹੈ, ਅਤੇ ਇੱਕ ਪਾਸੇ ਸ਼ੇਰੀਟਨ ਸਕੁਏਅਰ, ਜੋ ਕਿ ਨਾਟਘਰਾਂ, ਕਿਤਾਬਾਂ ਤੇ ਮੂਰਤੀ ਕਲਾ ਦੀਆਂ ਹੱਟੀਆਂ ਅਤੇ ਖਾਣ-ਪੀਣ ਦਿਆਂ ਭੌਰਿਆਂ ਤੇ ਨਾਟਘਰਾਂ ਨਾਲ ਘਿਰਿਆ ਹੋਇਆ ਹੈ। ਵਿਚਕਾਰੋਂ 6ਵਾਂ ਐਵਨਿਊ ਲੰਘਦਾ ਹੈ। ਇਸ ਸਾਰੀ ਬਸਤੀ ਦੇ ਮਕਾਨ 6 ਮੰਜ਼ਲਾਂ ਤੋਂ ਉੱਚੇ ਨਹੀਂ, ਅਤੇ ਇਹ ਗੱਲ ਇਸ ਇਲਾਕੇ ਦੇ ਵਸਨੀਕਾਂ ਨੇ ਬੜੀ ਹਿੰਮਤ ਕਰਕੇ ਕਾਇਮ ਰੱਖੀ। ਚੁਫੇਰੀ ਉੱਚੀਆਂ-ਉੱਚੀਆਂ ਇਮਾਰਤਾਂ ਹਨ ਅਤੇ ਵਿਚਕਾਰ ਨਿੱਕੀਆਂ-ਨਿੱਕੀਆਂ ਵਲ ਖਾਂਦੀਆਂ ਗਲੀਆਂ ਤੇ ਨਿੱਕੀਆਂ ਦੁਕਾਨਾਂ। ਇੱਥੇ ਬਹੁਤ ਸਾਰੇ ਬਾਹਰ ਦੇ ਲੋਕ ਆ ਕੇ ਵਸੇ ਹਨ, ਖਾਸ ਤੌਰ ਤੇ ਇਟਲੀ ਤੇ ਆਇਰਲੈਂਡ ਦੇ ਲੋਕ। ਗਲੀਆਂ ਦੇ ਗਲੀਆਂ ਇਤਾਲਵੀ ਲੋਕਾਂ ਨੇ ਮੱਲੀਆਂ ਹੋਈਆਂ ਹਨ। ਇਹਨਾਂ ਦੇ ਮਜ਼ਹਬ ਰੋਮਨ ਕੈਥੋਲਿਕ ਹਨ। ਅੱਜ ਸ਼ਾਮ ਇਹਨਾਂ ਦਾ ਹੀ ਇੱਕ ਧਾਰਮਿਕ ਮੇਲਾ ਸੀ। ਗ੍ਰੀਨਿਚ ਵਿਲੇਜ ਰਾਤ ਵੇਲੇ ਜਾਗਦਾ ਹੈ। ਇੱਥੋਂ ਦੇ ਫੱਕਰ ਕਲਾਕਾਰ ਬਹੁਤ ਦਿਨ ਚੜ੍ਹੇ ਸੁੱਤੇ ਉੱਠਦੇ ਹਨ। ਬਹੁਤੇ ਰੈਸਟੋਰੈਂਟਾਂ ਦੇ ਬੂਹੇ ਦਿਨ ਦੇ 11 ਵਜੇ ਤੱਕ ਬੰਦ ਹੁੰਦੇ ਹਨ। ਅਸੀਂ ਗਲੀਆਂ ਵਿੱਚ ਰਾਤ ਦੀ ਚਮਕ-ਦਮਕ ਦੇਖਦੇ ਹੋਏ ਜਾ ਰਹੇ ਸਾਂ। ਪਟੜੀ ਉੱਤੇ ਕੰਧ ਦੇ ਨਾਲ ਬਹੁਤ ਸਾਰੇ ਫੱਕਰ ਚਿੱਤਰਕਾਰਾਂ ਨੇ ਪ੍ਰਦਰਸ਼ਨੀ ਲਾਈ ਹੋਈ ਸੀ। ਇੱਕ ਕੈਫੇ ਦੇ ਥੜ੍ਹੇ ਉੱਤੇ 3 ਪਤਲੇ ਨੌਜਵਾਨ ਖੜ੍ਹੇ ਗਾ ਰਹੇ ਸਨ ਅਤੇ ਉਹਨਾਂ ਦੇ ਇਰਦ-ਗਿਰਦ ਮਜਮਾ ਲੱਗਿਆ ਹੋਇਆ ਸੀ।
ਢਾਣੀਆਂ ਬੰਨੀ ਮੁੰਡੇ ਕੁੜੀਆਂ ਝੂਮਦੇ ਹੋਏ ਤੁਰੇ ਜਾਂਦੇ ਸਨ। ਇੱਕ ਦੁਕਾਨ ਵਿੱਚ ਬਹੁਤ ਸਾਰੀਆਂ ਮੂਰਤਾਂ ਤੇ ਬੁੱਤ ਖਿੰਡੇ ਪਏ ਸਨ। ਸਟੂਲ ਉੱਤੇ ਲੈਂਪ ਦੀ ਤੇਜ਼ ਰੌਸ਼ਨੀ ਵਿੱਚ ਇੱਕ ਔਰਤ ਬੈਠੀ ਸੀ, ਜਿਸ ਦੀ ਮੂਰਤ ਇੱਕ ਬੁੱਢਾ ਚਿੱਤਰਕਾਰ ਛੇਤੀ ਬਣਾ ਰਿਹਾ ਸੀ। ਜਿਮ ਨੇ ਆਖਿਆ, ਇਹ ਔਰਤ ਨਿਊਯਾਰਕ ਦੀ ਨਹੀਂ, ਕਿਸੇ ਕਸਬੇ ਤੋਂ ਆਈ ਹੈ। ਪੇਂਡੂਆਂ ਵਾਂਗ ਬੈਠੀ ਇਹ ਆਪਣੀ ਮੂਰਤੀ ਲੁਹਾ ਰਹੀ ਹੈ। ਤੁਰਦੇ ਤੁਰਦੇ ਅਸੀਂ ਇੱਕ ਗਲੀ ਵਿੱਚ ਵੜੇ, ਜਿੱਥੇ ਬਿਜਲੀ ਦੇ ਰੰਗ ਬਰੰਗੇ ਲਾਟੂਆਂ ਦਾ ਦਰਵਾਜ਼ਾ ਬਣਿਆ ਹੋਇਆ ਸੀ। ਰੌਸ਼ਨੀਆਂ ਦੇ ਰਾਹ ਲਟਕ ਰਹੇ ਸਨ ਅਤੇ ਦੂਰ ਤੀਕ ਜਗਮਗਾਉਂਦੀਆਂ ਹੋਈਆਂ ਬਹੁ-ਰੰਗੀਆਂ ਬੱਤੀਆਂ ਦੀਆਂ ਕਤਾਰਾਂ ਸਨ। ਇੱਥੇ ਭੀੜ ਸੀ। ਅਸੀਂ ਇਸ ਭੀੜ ਵਿੱਚ ਦਾਖਲ ਹੋਏ। ਦੂਰ ਤੀਕ ਮੇਲਾ ਲੱਗਿਆ ਹੋਇਆ ਸੀ। ਗਿਰਜਾ ਘਰ ਵਿੱਚ ਪ੍ਰਾਰਥਨਾ ਹੋ ਰਹੀ ਸੀ। ਲਾਊਡ ਸਪੀਕਰ ਰਾਹੀਂ ਮੇਲੇ ਦੇ ਭਗਤਾਂ ਨੂੰ ਹਜ਼ਰਤ ਈਸਾ ਦੀ ਬਾਣੀ ਸੁਣਾਈ ਜਾ ਰਹੀ ਸੀ। ਥਾਂ-ਥਾਂ ਭੱਠੀਆਂ ਉੱਤੇ ਕੜਾਹੀਆਂ ਚੜ੍ਹੀਆਂ ਹੋਈਆਂ ਸਨ। ਕਣਕ ਵੰਨੇ ਰੰਗ ਦੀਆਂ ਮੋਟੀਆਂ ਇਤਾਲਵੀ ਔਰਤਾਂ ਪਕੌੜੇ ਤੇ ਮੱਠੀਆਂ ਤਲ ਰਹੀਆਂ ਸਨ। ਕੋਈ ਕੇਕੜੇ ਭੁੰਨ ਰਹੀ ਸੀ, ਕੋਈ ਸੰਘਾੜੇ, ਕੋਈ ਕਾਜੂ। ਲੋਹੇ ਦੀਆਂ ਪਰਾਤਾਂ ਵਿੱਚ ਫੇਣੀਆਂ ਤੇ ਸੇਵੀਆਂ ਪੱਕ ਰਹੀਆਂ ਸਨ। ਫਲੂਦਾ ਵਿਕ ਰਿਹਾ ਸੀ। ਗਰਮ ਮਸਾਲੇ, ਚਟਣੀਆਂ ਤੇ ਤਲੇ ਹੋਏ ਮਾਸ ਦੇ ਪਕੌੜਿਆਂ ਦਾ ਧੂੰਆਂ ਉੱਠ ਰਿਹਾ ਸੀ। ਕਈ ਕੁੜੀਆਂ ਤਰਬੂਜ਼ ਕੱਟ ਕੇ ਵੇਚ ਰਹੀਆਂ ਸਨ ਅਤੇ ਨਾਲ ਬਾਈਬਲ ਦਾ ਪਾਠ ਕਰ ਰਹੀਆਂ ਸਨ। ਭਰਵੇਂ ਜਬਾੜਿਆਂ ਤੇ ਨੰਗੇ ਪਿੰਡਿਆਂ ਵਾਲੇ ਨਾਨਬਾਈ ਹਾਕਾਂ ਮਾਰ ਰਹੇ ਸਨ ਕਿ ਕੋਈ ਆ ਕੇ ਉਹਨਾਂ ਦੀ ਅਸਲੀ ਇਤਾਲਵੀ ਮਸਾਲੇਦਾਰ ਸੇਵੀਆਂ ਖਾਵੇ। ਇਸ ਮੇਲੇ ਵਿੱਚ ਅਸੀਂ 3 ਤਮਾਸ਼ਾਈ ਸਨ, ਪਰ ਇਤਾਲਵੀ ਔਰਤਾਂ ਤੇ ਮਰਦ ਇਸ ਵਿੱਚ ਲੀਨ ਸਨ। ਦੁਕਾਨਦਾਰਾਂ ਦੇ ਹੋਕੇ, ਜੂਏਬਾਜ਼ਾਂ ਦੇ ਲਲਕਾਰੇ ਤੇ ਮੁੰਡੇ ਕੁੜੀਆਂ ਦੀਆਂ ਆਵਾਜ਼ਾਂ। ਔਰਤਾਂ ਹੱਥ ਮਾਰਦੀਆਂ ਹੋਈਆਂ ਸੰਗੀਤਮਈ ਇਤਾਲਵੀ ਵਿੱਚ ਤੇਜ਼ ਗੱਲਾਂ ਕਰ ਰਹੀਆਂ ਸਨ। ਸਿਰਫ ਗਿਰਜਾ ਘਰ ਵਿੱਚ ਪ੍ਰਾਚੀਨ ਲਾਤੀਨੀ ਭਾਸ਼ਾ ਸੁਣਾਈ ਦੇ ਰਹੀ ਸੀ। ਜਿਮ ਤੇ ਮੈਂ ਗਿਰਜਾ ਘਰ ਦੇ ਬੂਹੇ ਵਿੱਚੋਂ ਅੰਦਰ ਵੜੇ ਤੇ ਕਈ ਪਾਦਰੀ ਫੁੱਲ ਪਤਾਸੇ ਵਰਗੀਆਂ ਗੋਲ ਚਿੱਟੀਆਂ ਟੋਪੀਆਂ ਪਾਈ, ਲੰਮੇ ਚੋਲੇ ਪਹਿਨੀ, ਹੱਥ ਵਿੱਚ ਮਾਲਾ ਫੜੀ ਖੜ੍ਹੇ ਸਨ। ਪਸ਼ਚਾਤਾਪ ਲਈ ਓਹਲੇ 'ਚ ਪੋਣੇ ਸਨ, ਜਿੱਥੇ ਆਪਣੇ ਆਪ ਨੂੰ ਪਾਪੀ ਸਮਝਦੇ ਲੋਕ ਗੋਡੇ ਟੇਕ ਰਹੇ ਤੇ ਹੱਥ ਜੋੜ ਕੇ ਰੱਬ ਤੋਂ ਗੁਨਾਹ ਬਖਸ਼ਵਾ ਰਹੇ ਸਨ। ਅਸੀਂ ਇੱਕ ਝਾਤ ਪਾਈ ਤੇ ਹਜ਼ਰਤ ਈਸਾ ਦੀ ਇੱਕ ਵੱਡੀ ਮੂਰਤੀ ਦੇ ਦਰਸ਼ਨ ਕਰਕੇ ਅਤੇ ਕੁਝ ਪੈਸੇ ਚੜ੍ਹਾ ਕੇ ਬਾਹਰ ਆ ਗਏ। ਇਸ ਵਾਤਾਵਰਨ ਵਿੱਚ ਮੈਂ ਇਹ ਭੁੱਲ ਗਿਆ ਕਿ ਇਹ ਥਾਂ ਅੰਤਰਰਾਸ਼ਟਰੀ ਮਸ਼ੀਨੀ ਯੁੱਗ ਦੇ ਉਸਰਈਏ ਨਿਊਯਾਰਕ ਦਾ ਇੱਕ ਹਿੱਸਾ ਹੈ। ਇਹ ਪੰਜਾਬ ਦੇ ਕਿਸੇ ਧਾਰਮਿਕ ਮੇਲੇ ਦੀ ਯਾਦ ਦਿਵਾਉਂਦੀ ਸੀ। ਗੁੱਗੇ ਪੀਰ ਦਾ ਮੇਲਾ, ਜਨਮ ਅਸ਼ਟਮੀ ਦਾ ਉਤਸਵ ਜਾਂ ਹੋਲਾ ਮਹੱਲਾ। ਹਰ ਐਤਵਾਰ ਨੂੰ ਵਾਸ਼ਿੰਗਟਨ ਸਕੁਏਰੀਆ ਵਿੱਚ ਗ੍ਰੀਨਿਚ ਵਿਲੇਜ ਦੇ ਵਸਨੀਕ ਆ ਕੇ ਗਾਉਂਦੇ ਤੇ ਨੱਚਦੇ ਹਨ। ਇਸ ਚੌੜੇ ਪਾਰਕ ਵਿੱਚ ਦਰੱਖਤਾਂ ਦੀ ਛਾਂ ਹੈ। ਪੱਕੀਆਂ ਪਗਡੰਡੀਆਂ ਉੱਤੇ ਥਾਂ ਬੈਂਚ ਪਏ ਹਨ, ਜਿਨ੍ਹਾਂ ਉੱਤੇ ਲੋਕ ਬੈਠੇ ਧੁੱਪ ਸੇਕਦੇ, ਤਾਸ਼ ਖੇਡਦੇ, ਪੜ੍ਹਦੇ ਤੇ ਗੱਪਾਂ ਮਾਰਦੇ ਹਨ। ਬਿਟਨਿਕ ਸ਼ਾਇਰਾਂ ਤੇ ਚਿੱਤਰਕਾਰਾਂ ਦੇ ਟੋਲੇ ਤੇ ਗੁਟਕਦੀਆਂ ਹੋਈਆਂ ਕੁੜੀਆਂ ਇੱਥੇ ਐਤਵਾਰ ਮਨਾਉਣ ਆਉਂਦੀਆਂ ਹਨ। ਕਈ ਬੈਂਚਾਂ ਅੱਗੇ ਸ਼ਤਰੰਜ ਖੇਡਣ ਲਈ ਪੱਥਰ ਦੀ ਬਸਾਤ ਵਿਛੀ ਹੋਈ ਹੈ। ਸ਼ੌਕੀਨ ਆਪਣੇ ਮੋਹਰੇ ਲੈ ਕੇ ਆਉਂਦੇ ਹਨ ਅਤੇ ਬਾਜ਼ੀ ਵਿੱਚ ਜੁਟ ਜਾਂਦੇ ਹਨ। ਇਹ ਚੌਗਾਨ 1769 ਈਸਵੀ ਵਿੱਚ ਸ਼ਹਿਰ ਦੇ ਘੁਮਿਆਰਾਂ ਲਈ ਮਿੱਟੀ ਪੁੱਟਣ ਵਾਲੀ ਥਾਂ ਸੀ। ਇਸ ਦੇ ਦਰੱਖਤਾਂ ਉੱਤੇ ਅਪਰਾਧੀਆਂ ਨੂੰ ਫਾਂਸੀ 'ਤੇ ਟੰਗਿਆ ਜਾਂਦਾ ਸੀ। ਉਸ ਜ਼ਮਾਨੇ ਦੇ ਕੁਝ ਕੁ ਦਰੱਖਤ ਵੀ ਖੜ੍ਹੇ ਹਨ। ਫਾਂਸੀ ਲੱਗਦੇ ਡਾਕੂਆਂ ਤੇ ਕਾਤਲਾਂ ਨੂੰ ਦੇਖਣ ਲਈ ਲੋਕ ਇਕੱਠੇ ਹੁੰਦੇ ਅਤੇ ਇੱਕ ਮੇਲਾ ਜਿਹਾ ਲੱਗ ਜਾਂਦਾ। 1823 ਈਸਵੀ ਵਿੱਚ ਘੁਮਿਆਰਾਂ ਨੂੰ ਮਿੱਟੀ ਪੁੱਟਣ ਤੋਂ ਬੰਦ ਕਰ ਦਿੱਤਾ ਗਿਆ। 4 ਸਾਲ ਪਿੱਛੋਂ ਇੱਥੇ ਇੱਕ ਪਾਰਕ ਬਣਾ ਦਿੱਤਾ ਗਿਆ, ਜਿਸ ਦੇ ਆਲੇ ਦੁਆਲੇ ਉੱਚੀਆਂ ਇਮਾਰਤਾਂ ਖੜ੍ਹੀਆਂ ਹੋ ਗਈਆਂ। ਭੱਦਰ ਪੁਰਸ਼ਾਂ ਦੇ ਉੱਚੇ ਮਕਾਨਾਂ ਤੇ ਫੈਸ਼ਨੇਬਲ ਦੁਕਾਨਾਂ ਦੇ ਵਿਚਕਾਰ ਸ਼ਹਿਰ ਦੇ ਰੰਗੀਨ ਨੌਜਵਾਨ, ਮਸਤ ਕਲਾਕਾਰ ਅਤੇ ਗਾਉਣ ਨੱਚਣ ਵਾਲੇ ਇਤਾਲਵੀ ਵਸਨੀਕ ਇੱਥੇ ਆ ਕੇ ਜੁੜਦੇ ਹਨ। 4-6 ਜਣਿਆਂ ਦੀ ਟੋਲੀ ਬੈਂਜੋ ਵਜਾਉਂਦੀ ਹੋਈ ਗਾਉਣ ਲੱਗਦੀ ਹੈ ਤਾਂ ਬਾਕੀ ਲੋਕ ਵੀ ਰਲ ਜਾਂਦੇ ਹਨ। ਸਮੂਹ ਗਾਣ ਸ਼ੁਰੂ ਹੋ ਜਾਂਦਾ ਹੈ ਤੇ ਗਿੱਧਾ ਮੱਚਣ ਲੱਗਦਾ ਹੈ। ਸ਼ਕਤੀ ਭਰੇ ਜੋਸ਼ੀਲੇ ਨੌਜਵਾਨ ਮੁੰਡੇ ਕੁੜੀਆਂ ਨੱਚਣ ਲੱਗਦੇ ਹਨ ਤਾਂ ਇਰਦ ਗਿਰਦ ਦੇ ਰਸਤੇ ਰੁਕ ਜਾਂਦੇ ਹਨ। ਉੱਚੀਆਂ ਇਮਾਰਤਾਂ ਵਿੱਚ ਰਹਿਣ ਵਾਲਿਆਂ ਨੇ ਵਿਲੇਜ ਦੇ ਇਸ ਨੱਚਣ ਗਾਉਣ ਨੂੰ ਕੌੜੀ ਨਜ਼ਰ ਨਾਲ ਵੇਖਿਆ। ਉਤਲੀ ਸ਼੍ਰੇਣੀ ਦੀਆਂ ਔਰਤਾਂ ਨੇ ਨੱਕ ਚਾੜ੍ਹਿਆ, ਇਹਨਾਂ ਲੋਕਾਂ ਨੂੰ ਲੁੱਚੇ, ਗੁੰਡੇ ਤੇ ਅਵਾਰਾ ਕਹਿ ਕੇ ਭੰਡਿਆ ਅਤੇ ਇਹਨਾਂ ਦੇ ਨੱਚਣ ਗਾਉਣ ਉੱਤੇ ਇਤਰਾਜ਼ ਕੀਤਾ। ਰਾਤ ਨੂੰ ਵਿਲੇਜ ਦੇ ਲੋਕ ਦੇਰ ਤੀਕ ਗਾਉਂਦੇ ਤੇ ਨੱਚਦੇ ਸਨ। ਇਸ ਸ਼ੋਰ ਸ਼ਰਾਬੇ ਨਾਲ ਉੱਚੀਆਂ ਇਮਾਰਤਾਂ ਵਿੱਚ ਰਹਿਣ ਵਾਲਿਆਂ ਦੀ ਨੀਂਦ
ਖਰਾਬ ਹੁੰਦੀ ਸੀ। ਕੁਝ ਧਨਾੜ ਇਸ ਗੱਲ ਦੀ ਵਿਉਂਤ ਘਟ ਰਹੇ ਸਨ ਕਿ 5th ਐਵਨਿਊ ਨੂੰ ਵਿਲੇਜ ਦੇ ਵਿਚਕਾਰ ਦੀ ਸਿੱਧਾ ਹੋਰ ਅੱਗੇ ਲਿਜਾਇਆ ਜਾਵੇ ਅਤੇ ਇਸ ਉੱਤੇ 30 ਮੰਜ਼ਲੇ ਮਕਾਨ ਅਤੇ ਦੁਕਾਨਾਂ ਉਸਾਰ ਕੇ ਇਸ ਨੂੰ ਇੱਕ ਵਪਾਰਿਕ ਬਾਜ਼ਾਰ ਬਣਾਇਆ ਜਾਵੇ। ਉਹਨਾਂ ਨੇ ਵਿਲੇਜ ਦੇ ਬੇਕਾਨੂੰਨੇ ਅਤੇ ਬੇਨਿਯਮ ਲੋਕਾਂ ਦੀ ਰਹਿਣੀ ਬਹਿਣੀ ਉੱਤੇ ਇਤਰਾਜ਼ ਕੀਤਾ ਅਤੇ ਗਲੀਆਂ ਵਿੱਚ ਨੱਚਣ ਅਤੇ ਗਾਉਣ ਉੱਤੇ ਪਾਬੰਦੀ ਲਾਉਣ ਲਈ ਮਾਮਲੇ ਨੂੰ ਕਚਹਿਰੀ ਤੱਕ ਪਹੁੰਚਾਇਆ। ਇਹ ਅਮੀਰ ਲੋਕ ਅਸਲ ਰਸੂਖ ਵਾਲੇ ਸਨ। ਇਹਨਾਂ ਨੇ ਨਿਊਯਾਰਕ ਦੀ ਨਗਰ ਸਭਾ ਤੋਂ ਕਾਨੂੰਨ ਪਾਸ ਕਰਵਾ ਦਿੱਤਾ ਜਿਸ ਅਨੁਸਾਰ ਇਹ ਲੋਕ ਵਾਸ਼ਿੰਗਟਨ ਸਕੁਏਅਰ ਵਿੱਚ ਐਤਵਾਰ ਨੂੰ ਨੱਚ ਅਤੇ ਗਾ ਨਹੀਂ ਸਨ ਸਕਦੇ। ਵਿਲੇਜ ਦੇ ਝਿੱਕੇ ਮਕਾਨਾਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਅਤੇ ਕਲਾਕਾਰਾਂ ਵਿੱਚ ਰੌਲਾ ਪੈ ਗਿਆ ਸੀ। ਇਹ ਉਹਨਾਂ ਦੀ ਸ਼ਹਿਰੀ ਆਜ਼ਾਦੀ ਉੱਤੇ ਚੋਟ ਸੀ। ਵਿਲੇਜ ਦੀ ਪਰੰਪਰਾ ਅਤੇ ਇਸ ਦੇ ਰੰਗਲੇ ਜੀਵਨ ਉੱਤੇ ਹਮਲਾ। ਦੋਹਾਂ ਧਿਰਾਂ ਵਿੱਚ ਭਾਰੀ ਟੱਕਰ ਹੋ ਗਿਆ। ਅਖਬਾਰਾਂ ਵਿੱਚ ਇਸ ਕਾਨੂੰਨ ਦੇ ਖਿਲਾਫ ਚਿੱਠੀਆਂ ਛਪਣੀਆਂ ਸ਼ੁਰੂ ਹੋ ਗਈਆਂ। ਵਿਲੇਜ ਦੇ ਵਾਸੀ ਥੋੜ੍ਹੇ ਸਨ ਅਤੇ ਇਹਨਾਂ ਦੇ ਵਿਰੁੱਧ ਬੜੇ ਵੱਡੇ ਧਨਾੜ ਵੱਡੇ ਵੱਡੇ ਅਖਬਾਰ ਵੀ ਕਰੋੜਪਤੀਆਂ ਦੀ ਹੀ ਮਲਕੀਅਤ ਸਨ। ਇੱਕ ਪਾਸੇ ਟੁੱਟੇ ਖੁੱਸੇ ਕਲਾਕਾਰ ਸਨ ਅਤੇ ਦੂਜੇ ਪਾਸੇ ਪੈਸੇ ਦੀ ਤਾਕਤ। ਅਖਬਾਰਾਂ ਵਿੱਚ ਸ਼ਹਿਰੀ ਆਜ਼ਾਦੀ ਅਤੇ ਸ਼ਖਸੀ ਆਜ਼ਾਦੀ ਉੱਤੇ ਵੱਡੇ ਵੱਡੇ ਲੇਖ ਛਪੇ। ਰੇਡੀਓ ਉੱਤੇ ਧੁਆਂਧਾਰ ਤਕਰੀਰਾਂ ਹੋਈਆਂ ਅਤੇ ਸਾਰਾ ਸ਼ਹਿਰ 2 ਹਿੱਸਿਆਂ ਵਿੱਚ ਵੰਡਿਆ ਗਿਆ। ਸ਼ਖਸੀ ਆਜ਼ਾਦੀ ਦੇ ਸਵਾਲ ਉੱਤੇ ਲੋਕ ਇਸ ਤਰ੍ਹਾਂ ਵੱਡੇ ਵੱਡੇ ਅਮੀਰਾਂ ਦੇ ਖਿਲਾਫ ਇਕੱਠੇ ਹੋ ਗਏ ਕਿ ਨਗਰ ਸਭਾ ਨੂੰ ਆਪਣਾ ਕਾਨੂੰਨ ਬਦਲਣਾ ਪਿਆ। ਵਿਲੇਜ ਦੇ ਵਾਸੀ ਨੂੰ ਵਾਸ਼ਿੰਗਟਨ ਸਕੁਏਅਰ ਵਿੱਚ ਮੁੜ ਨੱਚਣ ਅਤੇ ਗਾਉਣ ਦੀ ਖੁੱਲ੍ਹ ਮਿਲ ਗਈ। ਇਸ ਜਿੱਤ ਪਿੱਛੋਂ ਵਾਸ਼ਿੰਗਟਨ ਸਕੁਏਅਰ ਵਿੱਚ ਇੱਕ ਭਰਵਾਂ ਮੇਲਾ ਲੱਗਿਆ। ਖੁਸ਼ੀ ਨਾਲ ਟੋਪੀਆਂ ਉਛਾਲੀਆਂ ਗਈਆਂ ਅਤੇ ਇੱਥੋਂ ਦੇ ਮਨਚਲੇ ਕਵੀਆਂ ਨੇ ਅਤੇ ਸੰਗੀਤਕਾਰਾਂ ਨੇ ਤੁਰੰਤ ਆਪਣੀ ਜਿੱਤ ਦੇ ਗੀਤ ਰਚ ਕੇ ਗਾਏ। ਸੋ ਇਹ ਸੀ ਬੱਚਿਓ ਕਲਾਕਾਰਾਂ ਦੀ ਬਸਤੀ ਸਫ਼ਰਨਾਮਾ ਅੰਸ਼। ਅਤੇ ਹੁਣ ਆਪਾਂ ਇਸ ਦੇ ਨਾਲ ਸੰਬੰਧਿਤ ਜੋ ਪ੍ਰਸ਼ਨ ਉੱਤਰ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਪਹਿਲਾਂ ਵਿਸਥਾਰਪੂਰਵਕ ਪ੍ਰਸ਼ਨ ਕਰਦੇ ਹਾਂ। ਗ੍ਰੀਨਿਚ ਵਿਲੇਜ ਕਿਸ ਪ੍ਰਕਾਰ ਦੀ ਬਸਤੀ ਹੈ? ਗ੍ਰੀਨਿਚ ਵਿਲੇਜ ਇੱਕ ਵਿਕਸਿਤ ਕਲਾਤਮਿਕ ਭਿੰਨ ਭਿੰਨ ਸ਼ੈਲੀਆਂ ਅਤੇ ਵੰਨਗੀਆਂ ਦੇ ਲੋਕਾਂ ਦੀ ਬਸਤੀ ਹੈ। ਇਸ ਦੇ ਇੱਕ ਪਾਸੇ ਅਮੀਰ ਬਾਜ਼ਾਰ 5th ਐਵਨਿਊ ਆ ਕੇ ਮੁੱਕਦਾ ਹੈ ਜਿੱਥੇ ਵਾਸ਼ਿੰਗਟਨ ਸਕੁਏਅਰ ਦਾ ਮਹਿਰਾਬੀ ਦਰਵਾਜ਼ਾ ਹੈ। ਇਸ ਦੇ ਇੱਕ ਪਾਸੇ ਸੈਰੀਡਕ ਸਕੁਏਅਰ ਹੈ ਜੋ ਨਾਟਘਰਾਂ ਕਿਤਾਬਾਂ ਅਤੇ ਮੂਰਤੀ ਕਲਾ ਦੀਆਂ ਹੱਟੀਆਂ ਖਾਣ ਪੀਣ ਅਤੇ ਭੌਰਿਆਂ ਅਤੇ ਨਾਚ ਘਰਾਂ ਨਾਲ ਘਿਰਿਆ ਹੋਇਆ ਹੈ। ਵਿਚਕਾਰੋਂ 6ਵਾਂ ਐਵਨਿਊ ਲੰਘਦਾ ਹੈ। ਇਸ ਬਸਤੀ ਦੇ ਮਕਾਨ 6 ਮੰਜ਼ਲਾਂ ਤੋਂ ਉੱਚੇ ਨਹੀਂ। ਚੁਫੇਰੇ ਉੱਚੀਆਂ ਇਮਾਰਤਾਂ ਹਨ ਅਤੇ ਵਿਚਕਾਰ ਨਿੱਕੀਆਂ ਨਿੱਕੀਆਂ ਵੱਲ ਖਾਂਦੀਆਂ ਨਿੱਕੀਆਂ ਦੁਕਾਨਾਂ ਪ੍ਰਾਚੀਨ ਮੂਰਤੀਆਂ ਅਤੇ ਨਿੱਕੇ ਨਿੱਕੇ ਥੀਏਟਰ ਹੱਟੀਆਂ ਸ਼ਰਾਬਖਾਨੇ ਅਤੇ ਕਾਵਾ ਘਰ ਹਨ। ਇੱਥੋਂ ਬਹੁਤ ਸਾਰੇ ਲੋਕ ਬਾਹਰੋਂ ਆ ਕੇ ਵਸੇ ਹਨ। ਇੱਥੇ ਖੁੱਲ੍ਹੀ ਦਾੜ੍ਹੀ ਵਾਲੇ ਜੋ ਚਿੱਤਰਕਾਰ ਉਲਝੇ ਵਾਲਾਂ ਵਾਲੇ ਐਕਟਰ ਕਵੀਆਂ ਐਕਟਰੈਸਾਂ ਅਤੇ ਕਲਾ ਪ੍ਰੇਮੀਆਂ ਦਾ ਆਉਣ ਜਾਣ ਲੱਗਾ ਰਹਿੰਦਾ ਹੈ। ਲੇਖਕ ਨੇ ਫਿਗਾਰੋ ਕੈਫੇ ਬਾਰੇ ਆਪਣਾ ਕੀ ਅਨੁਭਵ ਕੀਤਾ? ਫਿਗਾਰੋ ਕੈਫੇ ਲੇਖਕ ਦਾ ਅੱਡਾ ਸੀ। ਇੱਥੇ ਉਹ ਇਲਾਕੇ ਦੇ ਲੋਕਾਂ ਦੇ ਕਾਫੀ ਦੋਸਤ ਉਹਨਾਂ ਨੂੰ ਵਾਰੀ-ਵਾਰੀ ਮਿਲਦੇ ਸਨ ਅਤੇ ਰਾਤ ਦੇ 3-3 ਵਜੇ ਇਕੱਠੇ ਰਹਿੰਦੇ ਸਨ। ਜੋ ਹੋਰ ਵੀ ਲੋਕ ਸਨ ਉਸਦੇ ਨਵੇਂ ਦੋਸਤਾਂ ਦੀਆਂ ਕਈ ਗੋਸ਼ਟੀਆਂ ਇੱਥੇ ਜੰਮੀਆਂ। ਇੱਥੇ ਉਸਨੇ ਭਾਰਤ ਤੋਂ ਗਏ ਪ੍ਰੋਫੈਸਰ OP ਸ਼ਰਮਾ ਅਤੇ KB ਵੈਦ ਨਾਲ ਕਾਫੀ ਪੀਤੀ। ਇਸ ਕੈਫੇ ਦੀ ਖਾਸੀਅਤ ਇਹ ਸੀ ਕਿ ਇੱਥੇ ਪੁਰਾਣੀਆਂ ਘਸੀਆਂ ਹੋਈਆਂ ਲੱਕੜੀਆਂ ਦੀਆਂ ਬਣੀਆਂ ਜੋ ਕੁਰਸੀਆਂ ਸਨ ਅਤੇ ਮੇਜ਼ ਸਨ। ਧੁਖਾਂਤੀ ਹੋਈ ਜੋ ਛੱਤ ਸੀ। ਜੰਗਲੇ ਜਿਹੜੇ ਲੱਕੜ ਦੇ ਸਨ ਦਰਵਾਜ਼ੇ ਥਿੰਦੇ ਹੋਏ ਪਏ ਸਨ ਲੋਕਾਂ ਦੇ ਹੱਥ ਲੱਗ ਲੱਗ ਕੇ। ਕਾਫੀ ਬਹੁਤ ਮਹਿੰਗੀ ਸੀ। ਠੀਕ ਹੈ। ਅਤੇ ਇੱਥੇ ਆ ਕੇ ਉਹ ਚਿੱਠੀਆਂ ਲਿਖਦਾ ਅਤੇ ਕਾਫੀ ਪੀਂਦਾ ਰਹਿੰਦਾ ਸੀ ਕਿਉਂਕਿ ਇੱਥੇ ਕਾਫੀ ਦੇਰ ਤੱਕ ਬੈਠ ਸਕਦੇ ਸਾਂ ਇਸ ਕਰਕੇ ਮਹਿੰਗੀ ਸੀ। ਇੱਥੇ ਜੋ ਨੌਕਰਾਣੀਆਂ ਅਕਸਰ ਚਿੱਤਰਕਲਾ ਜਾਂ ਸੰਗੀਤ ਕਲਾ ਦੀਆਂ ਵਿਦਿਆਰਥਣਾਂ ਜਾਂ ਚੱਲਦੀਆਂ ਫਿਰਦੀਆਂ ਐਕਟਰੈਸਾਂ ਬਾਹਰੋਂ ਸੈਰ ਕਰਨ ਅਤੇ ਅੰਗਰੇਜ਼ੀ ਸਿੱਖਣ ਲਈ ਜੋ ਫਰਾਂਸ ਤੋਂ ਸਵੀਡਨ ਤੋਂ ਆਈਆਂ ਯੁਵਤੀਆਂ ਸਨ। ਲੇਖਕ ਇੱਥੇ ਜਦੋਂ ਮੇਜ਼ ਉੱਤੇ ਬੈਠਾ ਕਾਹਵੇ ਦਾ ਘੁੱਟ ਭਰਦਾ ਤਾਂ ਪੰਜਾਬੀ ਵਿੱਚ ਚਿੱਠੀ ਲਿਖ ਰਿਹਾ ਸੀ ਅਤੇ ਨਾਲ ਦੇ ਮੇਜ਼ ਉੱਪਰ 2 ਆਦਮੀ ਜਿਨ੍ਹਾਂ ਨੇ ਥਿੰਦੇ ਕੋਟਾਂ ਉੱਤੇ ਰੰਗਾਂ ਦੇ ਪੁੰਝੇ ਹੋਏ ਸਨ ਉਹ ਸ਼ਤਰੰਜ ਇੱਥੇ ਖੇਡ ਰਹੇ ਸਨ। ਨੇੜੇ ਹੀ 2 ਕੁੜੀਆਂ ਬੈਠੀਆਂ ਗੁਣਗੁਣਾ ਰਹੀਆਂ ਸਨ ਅਤੇ ਪੈਰ ਥਰਕਾ ਰਹੀਆਂ ਸਨ। ਲੰਮੀ ਦਾੜ੍ਹੀ ਵਾਲਾ ਇੱਕ ਕਲਾਕਾਰ ਤਸਵੀਰ ਬਣਾ ਰਿਹਾ ਸੀ। ਪਰਲੇ ਖੁੰਝੇ 4 ਕਵੀ ਬੈਠੇ ਹੱਸ ਰਹੇ ਸਨ।
ਉਹਨਾਂ ਨੂੰ ਮਹਿਸੂਸ ਹੋਇਆ ਕਿ ਕਾਹਵੇ ਵਿੱਚ ਉੱਠ ਰਹੀ ਭਾਫ਼ ਦੀ ਗਰਮਾਇਸ਼ ਨੇ ਸਾਰੇ ਮੇਜ਼ਾਂ ਉੱਤੇ ਬੈਠੀਆਂ ਜੁੰਡੀਆਂ ਨੂੰ ਇੱਕ ਨਿੱਘੀ ਸਾਂਝ ਵਿੱਚ ਢਾਲ ਦਿੱਤਾ ਸੀ, ਜਿਸ ਵਿੱਚ ਨਿਊਯਾਰਕ ਦੇ ਬਾਜ਼ਾਰਾਂ ਦਾ ਓਪਰਾਪਣ ਤੇ ਆਕੜਿਆ ਹੋਇਆ ਰਿਸ਼ਤਾ ਨਹੀਂ, ਸਗੋਂ ਇੱਕ ਬੇਪਰਵਾਹੀ ਸੀ। ਇਹਨਾਂ ਸਮਾਜੀ ਬਾਗੀਆਂ ਵਿੱਚ ਭਾਵੇਂ ਨਿਸੰਗ ਬੇਰਹਿਮੀ ਦੀਆਂ ਝਲਕਾਂ ਹਨ, ਪਰ ਭਾਵਨਾਵਾਂ ਦਾ ਲਲਕਾਰਾ ਮਨੁੱਖੀ ਪੱਧਰ ਉੱਤੇ ਹੁੰਦਾ। ਅੱਗੇ ਲੇਖਕ ਅਨੁਸਾਰ ਗ੍ਰੀਨਿਚ ਵਿਲੇਜ ਨਾਲ ਕਿਹੜੇ ਸਾਹਿਤਕਾਰ ਤੇ ਕਲਾਕਾਰ ਸੰਬੰਧਿਤ ਰਹੇ ਹਨ। ਲੇਖਕ ਅਨੁਸਾਰ ਟੌਮ ਪੇਨ, ਐਡਵਰ ਐਲਨ, ਕਵੀ ਵਾਲਟ ਵਿਟਮੈਨ, ਮਾਰਕ ਟਵੇਨ, ਇੰਗਲਿਸ਼ ਦਾ ਮਹਾਕਵੀ ਜੌਨ ਮੈਨਸਫੀਲਡ, ਅਮਰੀਕਨ ਨਾਟਕਕਾਰ ਯੂਜੀਨਿਓ ਲੀਨ। ਲੇਖਕ ਨੇ ਇਤਾਲਵੀ ਧਾਰਮਿਕ ਮੇਲੇ ਬਾਰੇ ਕੀ ਅਨੁਭਵ ਕੀਤਾ। ਇਤਾਲਵੀ ਧਾਰਮਿਕ ਮੇਲਾ ਗ੍ਰੀਨਿਚ ਵਿਲੇਜ ਵਿੱਚ ਲੱਗਦਾ ਹੈ। ਲੇਖਕ ਨੇ ਦੇਖਿਆ ਕਿ ਇਸ ਮੇਲੇ ਵਿੱਚ ਪਟੜੀ ਉੱਤੇ ਕੰਧ ਨਾਲ ਬਹੁਤ ਸਾਰੇ ਫੱਕਰ ਚਿੱਤਰਕਾਰਾਂ ਨੇ ਪ੍ਰਦਰਸ਼ਨੀਆਂ ਲਾਈਆਂ ਹੋਈਆਂ ਸੀ। ਇੱਕ ਕੈਫੇ ਦੇ ਥੜੇ ਉੱਤੇ 3 ਪਤਲੇ ਨੌਜਵਾਨ ਖੜ੍ਹੇ ਗਾ ਰਹੇ ਸਨ ਤੇ ਉਹਨਾਂ ਦੁਆਰੇ ਆਲੇ ਦੁਆਲੇ ਇੱਕ ਮਜਮਾ ਲੱਗਾ ਹੋਇਆ ਸੀ। ਢਾਣੀਆਂ ਬੰਨੀ ਬੈਠੀਆਂ ਕੁੜੀਆਂ ਤੇ ਮੁੰਡੇ ਝੂਮਦੇ ਜਾਂਦੇ ਸਨ। ਇੱਕ ਦੁਕਾਨ ਵਿੱਚ ਬਹੁਤ ਸਾਰੀਆਂ ਮੂਰਤਾਂ ਤੇ ਬੁੱਤ ਖਿੰਡੇ ਹੋਏ ਸਨ। ਸਟੂਲ ਉੱਤੇ ਲੈਂਪ ਦੀ ਤੇਜ਼ ਰੌਸ਼ਨੀ ਵਿੱਚ ਇੱਕ ਔਰਤ ਬੈਠੀ ਸੀ ਤੇ ਇੱਕ ਬੁੱਢਾ ਚਿੱਤਰਕਾਰ ਛੇਤੀ ਉਸ ਦਾ ਚਿੱਤਰ ਬਣਾ ਰਿਹਾ ਸੀ। ਇੱਕ ਗਲੀ ਵਿੱਚ ਬਿਜਲੀ ਦੇ ਲਾਟੂਆਂ ਵਾਲਾ ਦਰਵਾਜ਼ਾ ਸੀ। ਰੌਸ਼ਨੀਆਂ ਦੇ ਹਾਰ ਲਮਕ ਰਹੇ ਸਨ ਤੇ ਦੂਰ ਤੀਕ ਬਹੁ ਰੰਗੀਆਂ ਬੱਤੀਆਂ ਦੀਆਂ ਕਤਾਰਾਂ ਸਨ। ਇੱਥੇ ਭੀੜ ਸੀ। ਗਿਰਜਾ ਘਰ ਵਿੱਚ ਪ੍ਰਾਰਥਨਾ ਹੋ ਰਹੀ ਸੀ ਤੇ ਲਾਊਡ ਸਪੀਕਰ ਰਾਹੀਂ ਭਗਤਾਂ ਨੂੰ ਹਜ਼ਰਤ ਈਸਾ ਦੀ ਬਾਣੀ ਸੁਣਾਈ ਜਾ ਰਹੀ ਸੀ। ਥਾਂ ਭੱਠੀਆਂ ਤੇ ਕੜਾਹੀਆਂ ਚੜ੍ਹੀਆਂ ਹੋਈਆਂ ਸਨ ਤੇ ਪਕੌੜੇ ਤੇ ਮੱਠੀਆਂ ਤੇ ਮਾਸ ਦੇ ਪਕੌੜੇ ਤਲੇ ਜਾ ਰਹੇ ਸਨ। ਕੋਈ ਇਸਤਰੀ ਕੇਕੜੇ ਜਾਂ ਕਾਜੂ ਤੇ ਹੋਰ ਸੰਘਾੜੇ ਭੁੰਨ ਰਹੀ ਸੀ। ਕਈ ਕੁੜੀਆਂ ਤਰਬੂਜ਼ ਕੱਟ ਕੇ ਵੇਚ ਰਹੀਆਂ ਸਨ। ਭਾਵੇਂ ਜਬਾੜਿਆਂ ਤੇ ਨੰਗੇ ਪਿੰਡਿਆਂ ਵਾਲੇ ਨਾਨ ਬਾਈ ਹਾਕਾਂ ਮਾਰ ਰਹੇ ਸਨ। ਫੇਣੀਆਂ, ਸੇਵੀਆਂ, ਫਲੂਦਾ, ਗਰਮ ਮਸਾਲੇ ਅਤੇ ਚਟਕਣੀਆਂ ਵਿਕ ਰਹੀਆਂ ਸਨ। ਦੁਕਾਨਾਂ ਤੇ ਹੋਕੇ ਤੇ ਜੂਏਬਾਜ਼ਾਂ ਦੇ ਲਲਕਾਰੇ ਤੇ ਮੁੰਡੇ ਕੁੜੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਗਿਰਜਾ ਘਰ ਵਿੱਚ ਪ੍ਰਾਚੀਨ ਲਾਤੀਨੀ ਭਾਸ਼ਾ ਸੁਣਾਈ ਦੇ ਰਹੀ ਸੀ। ਜਿਮ ਤੇ ਲੇਖਕ ਨੇ ਗਿਰਜਾ ਘਰ ਦੇ ਅੰਦਰ ਲੰਮੇ ਚੋਲਿਆਂ ਵਾਲੇ ਜੋ ਪਾਦਰੀ ਸਨ ਨੂੰ ਹੱਥਾਂ ਵਿੱਚ ਮਾਲਾ ਫੜੀ ਦੇਖਿਆ। ਪਸ਼ਚਾਤਾਪ ਵਾਲੇ ਓਲੇ ਦੇ ਪੌਣੇ ਵਿੱਚ ਆਪਣੇ ਆਪ ਨੂੰ ਪਾਪੀ ਸਮਝਦੇ ਹੋਏ ਗੋਡੇ ਟੇਕ ਕੇ ਹੱਥ ਜੋੜ ਕੇ ਪਸ਼ਚਾਤਾਪ ਕਰ ਰਹੇ ਸਨ। ਲੇਖਕ ਤੇ ਜਿਮ ਨੇ ਹਜ਼ਰਤ ਈਸਾ ਦੀ ਜੋ ਵੱਡੀ ਮੂਰਤੀ ਅੱਗੇ ਪੈਸੇ ਚੜ੍ਹਾਏ ਤੇ ਦਰਸ਼ਨ ਕੀਤੇ। ਗ੍ਰੀਨਿਚ ਵਿਲੇਜ ਦੇ ਲੋਕਾਂ ਨੇ ਕਿਹੜੀ ਜਿੱਤ ਹਾਸਲ ਕੀਤੀ ਅਤੇ ਕਿਵੇਂ। ਪਾਰਕ ਦੇ ਦੁਆਲੇ ਵਸਦੇ ਉੱਚੀਆਂ ਇਮਾਰਤਾਂ ਵਾਲੇ ਤੇ ਧਨਾੜ ਲੋਕਾਂ ਨੇ ਨਿਊਯਾਰਕ ਦੀ ਨਗਰ ਸਭਾ ਤੋਂ ਕਾਨੂੰਨ ਪਾਸ ਕਰਾ ਕੇ ਕਲਾਕਾਰਾਂ ਦੇ ਵਾਸ਼ਿੰਗਟਨ ਸਕੁਏਅਰ ਵਿੱਚ ਐਤਵਾਰ ਨੂੰ ਇਕੱਠੇ ਹੋ ਕੇ ਨੱਚਣ ਤੇ ਗਾਉਣ ਉੱਤੇ ਪਾਬੰਦੀ ਲਵਾ ਦਿੱਤੀ। ਕਲਾਕਾਰਾਂ ਤੇ ਵਿਲੇਜ ਦੇ ਗਰੀਬ ਲੋਕਾਂ ਨੇ ਇਸ ਨੂੰ ਸ਼ਹਿਰੀ ਆਜ਼ਾਦੀ ਉੱਤੇ ਚੋਟ ਤੇ ਵਿਲੇਜ ਦੀ ਪਰੰਪਰਾ ਤੇ ਰਾਂਗਲੇ ਜੀਵਨ ਉੱਪਰ ਹਮਲਾ ਕਰਾਰ ਦੇ ਕੇ ਵਿਰੁੱਧ ਸੰਘਰਸ਼ ਸ਼ੁਰੂ ਕਰ ਦਿੱਤਾ। ਅਖਬਾਰਾਂ ਵਿੱਚ ਸ਼ਹਿਰੀ ਆਜ਼ਾਦੀ ਤੇ ਸ਼ਖਸੀ ਆਜ਼ਾਦੀ ਉੱਤੇ ਵੱਡੇ ਲੇਖ ਛਪੇ, ਚਿੱਠੀਆਂ ਛਪੀਆਂ ਤੇ ਰੇਡੀਓ ਤੇ ਧੂਆਂਧਾਰ ਤਕਰੀਰਾਂ ਹੋਈਆਂ। ਅੰਤ ਲੋਕਾਂ ਅੱਗੇ ਝੁੱਕ ਕੇ ਨਗਰ ਸਭਾ ਨੂੰ ਕਾਨੂੰਨ ਬਦਲਣਾ ਪਿਆ। ਇਸ ਤਰ੍ਹਾਂ ਕਲਾਕਾਰਾਂ ਨੇ ਵਾਸ਼ਿੰਗਟਨ ਸਕੁਏਅਰ ਵਿੱਚ ਐਤਵਾਰ ਦੇ ਦਿਨ ਮਨਾਏ ਜਾਂਦੇ ਆਪਣੇ ਜਸ਼ਨਾਂ ਉੱਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਵਿਰੁੱਧ ਜਿੱਤ ਹਾਸਲ ਕਰ ਲਈ। ਤੇ ਹੁਣ ਆਪਾਂ ਵਸਤੂਨਿਸ਼ਟ ਸੰਖੇਪਾਤਮਕ ਪ੍ਰਸ਼ਨ ਕਰਦੇ ਹਾਂ। ਕਲਾਕਾਰਾਂ ਦੀ ਬਸਤੀ ਸਫ਼ਰਨਾਮਾ ਅੰਸ਼ ਕਿਸ ਲੇਖਕ ਦੁਆਰਾ ਲਿਖਿਆ ਗਿਆ ਹੈ? ਬਲਵੰਤ ਗਾਰਗੀ ਜੀ ਤੋਂ। ਠੀਕ ਹੈ। ਤੇ ਕਲਾਕਾਰਾਂ ਦੀ ਬਸਤੀ ਕਿਹੜੇ ਸ਼ਹਿਰ ਵਿੱਚ ਹੈ? ਨਿਊਯਾਰਕ ਵਿੱਚ। ਕਿਹੜੇ ਸ਼ਹਿਰ ਵਿੱਚ ਜਾ ਕੇ ਲੇਖਕ ਸਭ ਤੋਂ ਪਹਿਲਾਂ ਕੀ ਲੱਭਦਾ ਹੈ? ਕੈਫੇ ਤੇ ਥੀਏਟਰ। ਕਿਸੇ ਵੀ ਸ਼ਹਿਰ ਦੇ ਵਿੱਚ ਜਾ ਕੇ ਨਿਊਯਾਰਕ ਦੇ ਕੈਫੇ ਤੇ ਥੀਏਟਰ ਕਿਹੋ ਜਿਹੇ ਹਨ? ਜਗਮਗਾਉਂਦੇ। ਲੇਖਕ ਅਮਰੀਕਾ ਦੇ ਖੁੱਲ੍ਹੇ ਡੁੱਲੇ ਸੁਭਾਅ ਤੇ ਨਵੇਂ ਕਲਾਕਾਰਾਂ ਦੇ ਬਾਗੀਆਨਾ ਰੁਚੀਆਂ ਦਾ ਕੇਂਦਰ ਕਿਸ ਨੂੰ ਕਹਿੰਦਾ ਹੈ? ਗ੍ਰੀਨਿਚ ਵਿਲੇਜ ਨੂੰ। ਕਲਾਕਾਰਾਂ ਦੀ ਬਸਤੀ ਨਿਊਯਾਰਕ ਦੇ ਕਿਹੜੇ ਇਲਾਕੇ ਵਿੱਚ ਹੈ? ਗ੍ਰੀਨਿਚ ਵਿਲੇਜ ਵਿੱਚ। ਕਿਹੜੀ ਥਾਂ ਲੇਖਕ ਦਾ ਅੱਡਾ ਸੀ? ਫਿਗਾਰੋ ਕੈਫੇ। ਫਿਗਾਰੋ ਕੈਫੇ ਕਿੱਥੇ ਹੈ? ਗ੍ਰੀਨਿਚ ਵਿਲੇਜ। ਲੇਖਕ ਦੇ ਨਵੇਂ ਦੋਸਤਾਂ ਦੀਆਂ ਗੋਸ਼ਟੀਆਂ ਕਿੱਥੇ ਜੰਮੀਆਂ? ਫਿਗਾਰੋ ਕੈਫੇ ਵਿੱਚ। ਲੇਖਕ ਨੂੰ ਕਿਸ ਨੇ ਖਾਣੇ ਉੱਤੇ ਸੱਦਿਆ? ਏਸ਼ੀਅਨ ਸੁਸਾਇਟੀ ਦੇ ਪ੍ਰਕਾਸ਼ਨ ਵਿਭਾਗ ਦੇ ਡਾਇਰੈਕਟਰ ਮਿਸਿਸ ਬੋਨੀ ਕਰਾਊਨ ਨੇ। ਫਿਗਾਰੋ ਕੈਫੇ ਦੀਆਂ ਨੌਕਰਾਣੀਆਂ ਅਕਸਰ ਕਿਸ ਵਿਸ਼ੇ ਦੀਆਂ ਵਿਦਿਆਰਥਣਾਂ ਸਨ? ਚਿੱਤਰਕਲਾ ਜਾਂ ਸੰਗੀਤ। ਗ੍ਰੀਨਿਚ ਵਿਲੇਜ ਦੇ ਮਕਾਨ ਕਿੰਨੀਆਂ ਮੰਜ਼ਲਾਂ ਤੋਂ ਉੱਚੇ ਨਹੀਂ? 6। ਕਿਹੜੇ ਨਾਵਲਕਾਰ ਨੇ ਆਪਣੇ ਛੇਕੜਲੇ ਦਿਨ ਗ੍ਰੀਨਿਚ ਵਿਲੇਜ ਵਿੱਚ ਗੁਜ਼ਾਰੇ?
ਟੌਪ ਪੈਨ ਨੇ। ਏਸ਼ੀਅਨ ਸੁਸਾਇਟੀ ਦੇ ਪ੍ਰਕਾਸ਼ਨ ਵਿਭਾਗ ਦੇ ਡਾਇਰੈਕਟਰ ਦਾ ਨਾਮ ਮਿਸਿਸ ਬੋਨੀ ਕਰਾਊਨ ਅਤੇ ਪਤੀ ਦਾ ਨਾਂ ਜਿਮ ਕਰਾਊਨ। ਜਿਮ ਕਰਾਊਨ ਕਿਹੜੀ ਕਿਤਾਬ ਲਿਖ ਰਹੇ ਸਨ? ਕ੍ਰਿਸ਼ਨਾ ਮੈਨਨ ਉੱਤੇ। ਅਤੇ ਗ੍ਰੀਨਿਚ ਵਿਲੇਜ ਵਿੱਚ ਬਹੁਤੇ ਲੋਕ ਕਿੱਥੋਂ ਆ ਕੇ ਵਸੇ ਹਨ? ਇਟਲੀ ਅਤੇ ਆਇਰਲੈਂਡ ਤੋਂ। ਪੇਂਡੂਆਂ ਵਾਂਗ ਮੂਰਤਾਂ ਕੌਣ ਬਣਵਾ ਰਹੀ ਸੀ? ਇੱਕ ਬੁੱਢੀ। ਮੇਲੇ ਵਿੱਚ ਸਪੀਕਰ ਉੱਤੇ ਕਿਸ ਦੀ ਬਾਣੀ ਸੁਣਾਈ ਜਾ ਰਹੀ ਸੀ? ਹਜ਼ਰਤ ਈਸਾ ਦੀ। ਮੇਲੇ ਦੀ ਥਾਂ ਵਾਲੀ ਚੌਗਾਨ ਕਦੋਂ ਘੁਮਿਆਰਾਂ ਦੇ ਮਿੱਟੀ ਪੁੱਟਣ ਦੀ ਥਾਂ ਸੀ? 1769 ਈਸਵੀ ਵਿੱਚ। ਚੌਗਾਨ ਦੇ ਦਰੱਖਤਾਂ ਉੱਤੇ ਕਿਹਨਾਂ ਨੂੰ ਫਾਂਸੀ ਟੰਗਿਆ ਜਾਂਦਾ ਸੀ? ਅਪਰਾਧੀਆਂ ਨੂੰ। ਘੁਮਿਆਰਾਂ ਨੂੰ ਮਿੱਟੀ ਪੁੱਟਣ ਤੋਂ ਕਦੋਂ ਬੰਦ ਕੀਤਾ ਗਿਆ? 1823 ਵਿੱਚ। ਗ੍ਰੀਨਿਚ ਵਿਲੇਜ ਦੇ ਲੋਕ ਹਰ ਐਤਵਾਰ ਨੂੰ ਕਿੱਥੇ ਆ ਕੇ ਨੱਚਦੇ ਹਨ? ਵਾਸ਼ਿੰਗਟਨ ਸਕੁਏਅਰ ਵਿੱਚ। ਲੇਖਕ ਨੇ ਗ੍ਰੀਨਿਚ ਵਿਲੇਜ ਵਿੱਚ ਕਿਹੜਾ ਮੇਲਾ ਦੇਖਿਆ? ਇਤਾਲਵੀ ਧਾਰਮਿਕ ਮੇਲਾ। ਸੋ ਇਹ ਸੀ ਆਪਣਾ ਸਫ਼ਰਨਾਮਾ ਅੰਸ਼ ਕਲਾਕਾਰਾਂ ਦੀ ਬਸਤੀ ਅਤੇ ਸੰਖੇਪ ਅਤੇ ਵਿਸਤਾਰਪੂਰਵਕ ਪ੍ਰਸ਼ਨ ਉੱਤਰ। ਮੈਨੂੰ ਯਕੀਨ ਹੈ ਕਿ ਤੁਹਾਨੂੰ ਇਹ ਸਮਝ ਆਏ ਹੋਣਗੇ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।